ਸਾਹਿਬ ਜੀਓ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੁੰਦਿਆ, ਗੁਰ ਬਿਨ ਘੋਰ ਅੰਧਾਰ। ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰਹ ਖੋਵੈ। ਗੁਰ ਨਭ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਜੁੜ ਬੈਠੇ ਅਤੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਗੁਰਬਾਣੀ ਦੇ ਕੀਰਤਨ ਦੇ ਰਾਹੀਂ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਗੁਰੂ ਸਵਾਰਿਓ, ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਸਦਕਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਬੜੇ ਹੀ ਪਿਆਰ ਸਹਿਤ ਆਪ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਪਾਵਨ ਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਵਨ ਕਰ ਰਹੇ ਸੀ। ਆਓ ਸਾਧ ਸੰਗਤ, ਅੱਜ ਧੰਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਆਓ ਹਜ਼ੂਰ ਦੇ ਚਰਨਾਂ ਵਿੱਚ ਜੁੜ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਮਹਾਨ ਜੀਵਨ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਸੋ ਜਿੰਨੀਆਂ ਵੀ ਸੰਗਤਾਂ ਆਪ ਟੀਵੀ ਮਾਧਿਅਮ ਰਾਹੀਂ ਗੁਰੂ ਚਰਨਾਂ ਨਾਲ ਜੁੜ ਕੇ ਬੈਠੇ ਹੋ, ਆਓ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ
ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅੰਗਦ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਆਪਾਂ ਸਾਰੇ ਹੀ ਬਹੁਤ ਭਲੇ ਪ੍ਰਕਾਰ ਜਾਣਦੇ ਹਾਂ। ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਪਹਿਲਾ ਨਾਮ ਜੋ ਹੈ ਉਹ ਭਾਈ ਲਹਿਣਾ ਸੀ। ਭਾਈ ਲਹਿਣਾ ਜੀ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਬਣੇ, ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪਿੰਡ ਮੱਤੇ ਦੀ ਸਰਾਂ, ਜੋ ਸ਼੍ਰੀ ਮੁਕਤਸਰ ਸਾਹਿਬ ਤੋਂ 9 ਮੀਲ ਚੜ੍ਹਦੇ ਵਾਲੇ ਪਾਸੇ ਇਹ ਪਿੰਡ ਸੁਭਾਈਮਾਨ ਹੈ। ਇਸ ਪਾਵਨ ਧਰਤੀ ਤੇ ਸਤਿਗੁਰਾਂ ਦਾ ਪ੍ਰਕਾਸ਼ ਬਾਬਾ ਫੇਰੂ ਮਲ ਦੇ ਗ੍ਰਹਿ ਵਿਖੇ ਮਾਤਾ ਰਾਮੋ ਦੀ ਕੁੱਖੋਂ ਹੋਇਆ। ਜਿਸ ਵੇਲੇ ਸਤਿਗੁਰਾਂ ਦਾ ਪ੍ਰਕਾਸ਼ ਮੱਤੇ ਦੀ ਸਰਾਂ ਦੇ ਅੰਦਰ ਹੋਇਆ, ਉਹਨਾਂ ਟਾਈਮਾਂ ਦੇ ਵਿੱਚ ਹਿੰਦੁਸਤਾਨ ਦੇ ਅੰਦਰ ਲੋਧੀਆਂ ਦਾ ਰਾਜ ਸੀ। ਤੇ ਜਿਸ ਵੇਲੇ ਬਾਬਰ ਨੇ ਹਮਲਾ ਕੀਤਾ, ਉਸ ਵੇਲੇ ਇਸ ਦੇਸ਼ ਦੇ ਅੰਦਰ ਬਹੁਤ ਹਫੜਾ ਦਫੜੀ ਮੱਚੀ ਹੋਈ ਹੈ। ਕਈ ਪਿੰਡ ਜਿਹੜੇ ਨੇ ਉਜੜ ਗਏ, ਕਈ ਪਿੰਡ ਦੁਬਾਰਾ ਵਸੇ। ਇਸ ਦੌਰਾਨ ਮੱਤੇ ਦੀ ਸਰਾਂ ਜਿਹੜਾ ਪਿੰਡ ਸੀ ਸਾਧ ਸੰਗਤ, ਉਹ ਪਿੰਡ ਵੀ ਉਜੜ ਗਿਆ। ਤੇ ਜਿਸ ਨੂੰ ਫੇਰ ਦੁਬਾਰਾ ਵਸਾਇਆ ਗਿਆ, ਅੱਜ ਉਹ ਵਸਿਆ ਹੋਇਆ ਪਿੰਡ, ਜਿਸ ਨੂੰ ਨਾਂਗੇ ਦੀ ਸਰਾਂ, ਸਰਾਏ ਨਾਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਬਚਪਨ ਇਸ ਮੱਤੇ ਦੀ ਸਰਾਂ ਦੇ ਵਿੱਚ ਬਤੀਤ ਹੋਇਆ। ਬਚਪਨ ਦਾ ਕੁਝ ਸਮਾਂ ਇੱਥੇ ਬਤੀਤ ਹੋਇਆ ਤੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਆਪਣੇ ਪਰਿਵਾਰ ਦੇ ਸਮੇਤ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਆ ਜਾਂਦੇ ਨੇ। ਖਡੂਰ ਸਾਹਿਬ ਨਗਰ ਜੋ ਹੈ, ਇੱਥੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਪਰਿਵਾਰ ਸਮੇਤ ਆ ਕੇ ਰਹਿਣ ਲੱਗ ਪਏ। ਤੇ ਸਾਧ ਸੰਗਤ 15 ਸਾਲ ਦੀ ਉਮਰ ਦੇ ਅੰਦਰ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਵਿਆਹ ਮਾਤਾ ਖੀਵੀ ਨਾਲ ਹੋਇਆ। ਹੁਣ ਗੁਰੂ ਅੰਗਦ ਸਾਹਿਬ ਮਹਾਰਾਜ, ਜਿਨ੍ਹਾਂ ਦੇ ਪਿਤਾ ਬਾਬਾ ਫੇਰੂ ਮਲ ਜੀ, ਉਹ ਬਹੁਤ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਤੇ ਹਰ ਸਾਲ ਬੜੇ ਸ਼ਰਧਾ ਦੇ ਨਾਲ ਉਹਨਾਂ ਨੇ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਸਤੇ ਇਲਾਕੇ ਦੀਆਂ ਸੰਗਤਾਂ ਨੂੰ ਇਕੱਠਿਆਂ ਕਰਕੇ ਇੱਕ ਕਾਫਲਾ ਬਣਾ ਕੇ ਦਰਸ਼ਨ ਕਰਨ ਵਾਸਤੇ ਜਾਣਾ ਹਰ ਸਾਲ ਹੀ ਜਾਂਦੇ ਸਨ। ਇਸ ਕਰਕੇ ਇਸ ਇਲਾਕੇ ਦੇ ਅੰਦਰ ਬਾਬਾ ਫੇਰੂ ਮਲ ਨੂੰ ਉਹਨਾਂ ਨੇ ਆਪਣਾ ਮੁਖੀ ਥਾਪਿਆ ਕਿ ਤੁਸੀਂ ਹਰ ਸਾਲ ਹੀ ਸੰਗਤ ਨੂੰ ਇਕੱਠਿਆਂ ਕਰਕੇ ਲੈ ਕੇ ਜਾਂਦੇ ਹੋ, ਇਸ ਕਰਕੇ ਤੁਸੀਂ ਸਾਡੇ ਇਲਾਕੇ ਦੇ ਮੁਖੀ ਹੋ। ਤੇ ਸਾਧ ਸੰਗਤ ਬਾਬਾ ਫੇਰੂ ਮਲ ਜੀ ਨਿਰੰਤਰ ਇਸ ਕਾਰਜ ਵਿੱਚ ਲੱਗੇ ਰਹੇ। ਸਾਧ ਸੰਗਤ ਜਦੋਂ ਬਾਬਾ ਫੇਰੂ ਮਲ ਜੀ ਚੜ੍ਹਾਈ ਕਰ ਗਏ, ਤੇ ਉਸ ਵੇਲੇ ਇਹ ਜ਼ਿੰਮੇਵਾਰੀ ਬਾਬੇ ਲਹਿਣੇ ਤੇ ਆ ਕੇ ਪੈ ਗਈ। ਹੁਣ ਬਾਬਾ ਲਹਿਣਾ ਜੀ ਜਿੱਥੇ ਆਪਣੇ ਕਾਰ ਵਿਹਾਰ ਕਰਦੇ ਨੇ, ਦੁਕਾਨਦਾਰੀ ਕਰਦੇ ਨੇ, ਉੱਥੇ ਪਿਤਾ ਵੱਲੋਂ ਦਿੱਤੀ ਹੋਈ ਇਸ ਜ਼ਿੰਮੇਵਾਰੀ ਨੂੰ ਉਹਨਾਂ ਨੇ ਬਖੂਬੀ ਨਿਭਾਇਆ। ਉਹ ਵੀ ਪਿਤਾ ਜੀ ਦੀ ਤਰ੍ਹਾਂ ਹਰ ਸਾਲ ਇਸ ਇਲਾਕੇ ਦੇ ਵਿੱਚੋਂ ਸੰਗਤ ਨੂੰ ਇਕੱਠਿਆਂ ਕਰਕੇ ਤੇ ਦੇਵੀ ਦੀ ਯਾਤਰਾ ਵਾਸਤੇ ਜਾਂਦੇ ਨੇ। ਸਾਧ ਸੰਗਤ ਇਸੇ ਤਰ੍ਹਾਂ ਲੰਮਾ ਸਮਾਂ ਬਤੀਤ ਹੋ ਗਿਆ। ਸਨ 1532 ਦੇ ਨੇੜੇ ਤੇੜੇ ਦੀ ਘਟਨਾ ਹੈ, ਜਿਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਪਈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਵਨ ਬਚਨ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਇਹ ਪਾਵਨ ਬਾਣੀ
ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਪਿਆਰੀ ਹੈ। ਤੇ ਮਹਾਰਾਜ ਨੇ ਆਖਿਆ ਇਸ ਪਾਵਨ ਬਾਣੀ ਨੂੰ ਜਦੋਂ ਕੋਈ ਮਨੁੱਖ ਖਿਨ ਮਾਤਰ ਵੀ ਸੁਣੇਗਾ ਤੇ ਉਹਦੀ ਪਹੁੰਚ ਗੁਰੂ ਤੱਕ ਹੋ ਜਾਏਗੀ। ਤੇ ਸਾਧ ਸੰਗਤ ਇਹ ਬਚਨ ਅੱਜ ਸੱਚ ਹੋ ਰਹੇ ਨੇ ਜਿਹੜੇ ਪੰਚਮ ਪਾਤਸ਼ਾਹ ਨੇ ਬਚਨ ਆਖੇ ਸਨ, ਖਿਨ ਰਮ ਗੁਰ ਗਮ। ਕਹਿੰਦੇ ਖਿਨ ਮਾਤਰ ਵੀ ਬਾਣੀ ਨੂੰ ਕੋ ਪੜ੍ਹੇ ਸੁਣੇਗਾ ਉਹਦੀ ਪਹੁੰਚ ਗੁਰੂ ਤੱਕ ਹੋ ਜਾਏਗੀ। ਅੱਜ ਗੁਰੂ ਨਾਨਕ ਦੇ ਪਰਮ ਸਿੱਖ ਭਾਈ ਜੋਧ ਦੇ ਕੋਲੋਂ ਬਾਬੇ ਲਹਿਣੇ ਨੇ ਇਹ ਪਾਵਨ ਬਾਣੀ ਸੁਣ ਲਈ ਆਸਾ ਕੀ ਵਾਰ। ਤੇ ਪ੍ਰਾਤਨ ਸਮਿਆਂ ਦੇ ਵਿੱਚ ਜਿਹੜੇ ਸਿੱਖ ਸਨ, ਕਿਰਤੀ ਸਿੱਖ, ਉਹਨਾਂ ਨੇ ਅੰਮ੍ਰਿਤ ਵੇਲੇ ਜਾਗਣਾ ਤੇ ਆਪਣੇ ਰੋਜ਼ਾਨਾ ਦੇ ਕੰਮਕਾਰ ਸ਼ੁਰੂ ਕਰ ਦੇਣੇ, ਖੇਤਾਂ ਨੂੰ ਜਾਣਾ, ਮਾਲ ਡੰਗਰ ਸਾਂਭਣਾ। ਇਹ ਸਾਰੇ ਕਰਮ ਕਰਦਿਆਂ ਕਰਦਿਆਂ ਉਹਨਾਂ ਨੇ ਨਾਲ ਨਾਲ ਉੱਚੀ ਉੱਚੀ ਬਾਣੀ ਗਾਈ ਜਾਣੀ। ਸਾਧ ਸੰਗਤ ਉਹ ਪੁਰਾਣਾ ਸਮਾਂ ਤੇ ਅੱਜ ਦਾ ਸਮਾਂ ਆਪਾਂ ਵੇਖੀ, ਅੱਜ ਸਮੇਂ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਹੈ। ਅੱਜ ਵੀ ਲੋਕ ਕੰਮਕਾਰ ਕਰਦੇ ਨੇ। ਅੱਜ ਬਾਣੀ ਗਾਉਣ ਦੀ ਥਾਵੇਂ, ਬਾਣੀ ਸੁਣਨ ਦੀ ਥਾਵੇਂ ਅੱਜ ਉੱਚੀ ਉੱਚੀ ਲੱਚਰ ਗੀਤ ਜਿਹੜੇ ਨੇ ਉਹ ਗਾਏ ਤੇ ਸੁਣੇ ਜਾਂਦੇ ਨੇ। ਇਸ ਕਰਕੇ ਇਹਦਾ ਮਾੜਾ ਪ੍ਰਭਾਵ ਸਾਡੇ ਉੱਪਰ ਪੈ ਰਿਹਾ ਉਹ ਵੀ ਆਮ ਨਜ਼ਰ ਆ ਜਾਂਦਾ ਹੈ। ਤੇ ਸਾਧ ਸੰਗਤ ਜਦੋਂ ਭਾਈ ਜੋਧ ਜੀ ਬਾਣੀ ਦਾ ਸ਼ਬਦ ਇਹ ਪੌੜੀ ਆਸਾ ਕੀ ਵਾਰ ਦੀ ਪੜ੍ਹਦੇ ਜਾ ਰਹੇ ਸਨ, ਜਿਤ ਸੇਵਿਆ ਸੁਖ ਪਾਈਏ ਸੋ ਸਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈ ਆਪਣਾ ਸਾਕਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਿਹਾਲੀਏ, ਜਿਉ ਸਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਢਾਲੀਏ, ਕਿਛ ਲਾਹੇ ਉੱਪਰ ਘਾਲੀਏ। ਤੇ ਸਾਧ ਸੰਗ ਜਦੋਂ ਇਹ ਬਚਨ ਬਾਬੇ ਲਹਿਣੇ ਦੇ ਕੰਨਾਂ ਵਿੱਚ ਪਏ, ਸਮਝ ਪੈ ਗਈ ਕਿ ਉਸ ਮਾਲਕ ਦੀ ਸੇਵਾ ਕਰਨੀ ਚਾਹੀਦੀ ਜਿਹਦੀ ਸੇਵਾ ਕਰਿਆ ਸੁਖ ਪ੍ਰਾਪਤ ਹੁੰਦੇ ਨੇ। ਸਾਧ ਸੰਗਤ ਆਪਾਂ ਜਿੰਨੇ ਕਰਮ ਕਰ ਰਹੇ ਆ ਇਹਦਾ ਹਿਸਾਬ ਕਿਤਾਬ ਲੇਖਾ ਜੋਖਾ ਸਾਨੂੰ ਦੇਣਾ ਪੈਣਾ ਹੈ। ਇਸ ਕਰਕੇ ਕਦੇ ਵੀ ਮੰਦਾ ਕਰਮ ਨਹੀਂ ਕਰਨਾ ਚਾਹੀਦਾ। ਮਨੁੱਖ ਨੂੰ ਦੂਰ ਦ੍ਰਿਸ਼ਟੀ ਨਾਲ ਸੋਚਣਾ ਚਾਹੀਦਾ ਏ। ਇਹ ਸਾਰੇ ਬਚਨ ਜਦੋਂ ਕੰਨਾਂ ਵਿੱਚ ਪਏ, ਜਾ ਕੇ ਪੁੱਛਿਆ ਪੁਰਖਾ ਇਹ ਜਿਹੜੇ ਬਚਨ, ਇਹ ਮਿੱਠੀ ਬਾਣੀ ਮੇਰੇ ਕੰਨਾਂ ਵਿੱਚ ਪਈ ਹੈ, ਬਚਨ ਆਪ ਜਿਹੜੇ ਉਚਾਰਨ ਕਰ ਰਹੇ ਹੋ ਕਿਸ ਦੇ ਨੇ? ਤੇ ਭਾਈ ਜੋਧ ਨੇ ਆਖਿਆ ਇਹ ਪਾਵਨ ਬਾਣੀ ਮੇਰੇ ਬਾਬੇ ਗੁਰੂ ਨਾਨਕ ਸਾਹਿਬ ਦੀ ਹੈ। ਤੇ ਆਖਿਆ ਮੇਰੇ ਬਾਬਾ ਨਾਨਕ ਜੀ ਜਿਨ੍ਹਾਂ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ 3 ਉਦਾਸੀਆਂ ਕੀਤੀਆਂ, ਤੇ ਹੁਣ ਮੇਰਾ ਬਾਬਾ ਕਰਤਾਰਪੁਰ ਦੇ ਵਿੱਚ ਆ ਕੇ ਦੀਨ ਦੁਨੀਆ ਨੂੰ ਤਾਰ ਰਿਹਾ ਏ। ਕਹਿੰਦੇ ਬਾਬੇ ਲਹਿਣੇ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦਾ ਚਾਅ ਪੈਦਾ ਹੋ ਗਿਆ, ਚਾਅ ਕਿ ਮੈਂ ਵੀ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂ। ਤੇ ਸਾਧ ਸੰਗਤ ਹਰ ਸਾਲ ਹੀ ਸੰਗਤਾਂ ਨੂੰ ਲੈ ਕੇ ਜਦੋਂ ਵੈਸ਼ਨੋ ਦੇਵੀ ਯਾਤਰਾ ਕਰਨ ਜਾਂਦੇ ਸਨ, ਤੇ ਜਦੋਂ ਇਸ ਵਾਰ ਜਾਣ ਲੱਗੇ ਨੇ ਮਨ ਵਿੱਚ ਖਿਆਲ ਆਇਆ ਕਿ ਗੁਰੂ ਨਾਨਕ ਸਾਹਿਬ ਦੇ ਨਗਰ ਦੇ ਕੋਲੋਂ, ਕਰਤਾਰਪੁਰ ਦੇ ਕੋਲੋਂ ਲੰਘ ਕੇ ਜਾਣਾ ਹੈ, ਤੇ ਕਿੰਨਾ ਚੰਗੀ ਗੱਲ ਹੋਵੇਗੀ ਜੇਕਰ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਏ ਜਾਣ। ਕਹਿੰਦੇ ਜਦੋਂ ਆਪਣੇ ਸਾਥੀਆਂ ਨੂੰ ਕਰਤਾਰਪੁਰ ਨਗਰ ਦੇ ਕੁਝ ਦੂਰ ਖੜਾ ਕਰਕੇ ਕਹਿਣ ਲੱਗੇ ਤੁਸੀਂ ਇੱਥੇ ਰੁਕੋ ਤੇ ਮੈਂ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਉਣਾ। ਸਾਧ ਸੰਗਤ ਘੋੜੀ ਤੇ ਸਵਾਰ ਹੋ ਕਰਕੇ ਬਾਬਾ ਲਹਿਣਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਨਗਰ ਦੇ ਨੇੜੇ ਪਹੁੰਚ ਗਿਆ। ਤੇ ਕਹਿਣ ਲੱਗਾ ਵੀ ਟਾਈਮ ਇੰਨਾ ਨਹੀਂ ਕਿ ਮੈਂ ਆਪ ਜਾ ਕੇ ਘਰ ਲੱਭਾਂ, ਟਾਈਮ ਦੀ ਘਾਟ ਹੈ। ਕਹਿਣ ਲੱਗਾ ਕਿਸੇ ਮਨੁੱਖ ਦੇ ਕੋਲੋਂ ਪੁੱਛ ਲਵਾਂ ਤਾਂ ਕਿ ਛੇਤੀ ਛੇਤੀ ਜਾ ਕੇ ਬਾਬੇ ਨਾਨਕ ਦੇ ਦਰਸ਼ਨ ਕਰਾਂ। ਕਹਿਣ ਲੱਗੇ ਨਗਰ ਦੇ ਬਾਹਰ ਕੀ ਵੇਖਿਆ, ਸਧਾਰਨ ਜਿਹੇ ਕੱਪੜੇ ਪਾਈ ਇੱਕ ਬਜ਼ੁਰਗ ਜਿਹੜਾ ਸੀ ਤੁਰਿਆ ਜਾ ਰਿਹਾ ਸੀ। ਉਹਦੇ ਕੋਲ ਜਾ ਕੇ ਕਹਿਣ ਲੱਗਾ ਬਾਬਾ ਮੈਂ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਆਇਆ,
ਤੇ ਬਾਬੇ ਨਾਨਕ ਦਾ ਘਰ ਕਿੱਥੇ ਹੈ? ਕਹਿਣ ਲੱਗੇ ਕਿਰਪਾ ਕਰਕੇ ਮੈਨੂੰ ਦੱਸੋ। ਤੇ ਸਾਧ ਸੰਗਤ ਉਸ ਸਧਾਰਨ ਜਿਹੇ ਕੱਪੜਿਆਂ ਵਾਲੇ ਬਜ਼ੁਰਗ ਨੇ ਆਖਿਆ, ਕਹਿਣ ਲੱਗਾ ਤੈਨੂੰ ਛੇਤੀ ਘਰ ਲੱਭਣਾ ਨਹੀਂ ਤੇ ਮੈਂ ਤੈਨੂੰ ਆਪ ਗੁਰੂ ਨਾਨਕ ਦੇ ਘਰ ਲੈ ਕੇ ਜਾਣਾ। ਕਹਿਣ ਲੱਗੇ ਉਹਨੇ ਬਾਬੇ ਲਹਿਣੇ ਦੀ ਘੋੜੀ ਦੀਆਂ ਲਗਾਮਾਂ ਹੱਥ ਵਿੱਚ ਫੜ ਲਈਆਂ, ਅੱਗੇ ਅੱਗੇ ਤੁਰ ਪਏ ਨੇ। ਕਹਿੰਦੇ ਤੁਰਦਿਆਂ ਤੁਰਦਿਆਂ ਘਰ ਦੇ ਬਾਹਰ ਘੋੜੀ ਰੋਕ ਦਿੱਤੀ। ਉਹ ਬਜ਼ੁਰਗ ਅੰਦਰ ਲੰਘ ਗਿਆ। ਅੰਦਰ ਜਾ ਕੇ ਉਹਨੇ ਦਰਵਾਜ਼ਾ ਖੋਲ ਕੇ ਭਾਈ ਲਹਿਣੇ ਨੂੰ ਆਖਿਆ, ਆ ਜਾਓ, ਇਹੀ ਬਾਬੇ ਨਾਨਕ ਦਾ ਘਰ ਹੈ। ਤੇ ਸਾਧ ਸੰਗਤ ਜਦੋਂ ਭਾਈ ਲਹਿਣਾ ਘੋੜੀ ਤੋਂ ਉਤਰ ਕੇ ਗੁਰੂ ਨਾਨਕ ਸਾਹਿਬ ਦੇ ਘਰੇ ਗਿਆ, ਅੰਦਰ ਜਾ ਕੇ ਪਤਾ ਲੱਗਾ ਕਿ ਜਿਹੜਾ ਬਜ਼ੁਰਗ ਬਾਬਾ ਮੇਰੀ ਘੋੜੀ ਦੀਆਂ ਲਗਾਮਾਂ ਫੜ ਕੇ ਲੈ ਕੇ ਆਇਆ ਸੀ, ਅਸਲ ਵਿੱਚ ਇਹੀ ਗੁਰੂ ਨਾਨਕ ਹੈ। ਕਹਿਣ ਲੱਗੇ ਬਾਬਾ ਲਹਿਣਾ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਸਤਿਗੁਰੂ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ, ਮੈਂ ਪਛਾਣ ਨਹੀਂ ਸਕਿਆ। ਸਤਿਗੁਰੂ ਮੈਂ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਸੀ, ਪਰ ਬਹੁਤ ਵੱਡੀ ਗੁਸਤਾਖੀ ਹੋ ਗਈ ਮੇਰੇ ਕੋਲੋਂ। ਮੈਂ ਘੋੜੀ ਤੇ ਬੈਠਾ ਹੋਇਆ ਤੇ ਤੁਸੀਂ ਲਗਾਮਾਂ ਫੜ ਕੇ ਅੱਗੇ ਅੱਗੇ ਤੁਰ ਕੇ ਗਏ ਹੋ। ਗੁਰੂ ਨਾਨਕ ਸਾਹਿਬ ਨੇ ਆਖਿਆ, ਪੁਰਖਾ ਤੇਰਾ ਨਾਮ ਕੀ? ਆਖਿਆ ਮੇਰਾ ਨਾਮ ਹੈ ਲਹਿਣਾ। ਆਖਿਆ ਤੂੰ ਕੁਝ ਲੈਣ ਵਾਸਤੇ ਆਇਆ? ਜਿਹੜੇ ਲੈਣੇਦਾਰ ਨੇ ਘੋੜੀਆਂ ਤੇ ਚੜ੍ਹ ਕੇ ਆਉਂਦੇ ਨੇ, ਕੋਈ ਗੱਲ ਨਹੀਂ। ਕਹਿੰਦੇ ਇਸ ਪਹਿਲੀ ਮਿਲਣੀ ਦੇ ਵਿੱਚ ਹੀ ਇੰਨਾ ਪ੍ਰਭਾਵ ਪਿਆ ਬਾਬੇ ਲਹਿਣੇ ਉੱਪਰ, ਵਾਪਸ ਜਾਣ ਨੂੰ ਚਿੱਤ ਨਾ ਕੀਤਾ। ਕਹਿੰਦੇ ਜਿਹੜੇ ਸਾਥੀ ਪਿੱਛੇ ਉਡੀਕਦੇ ਪਏ ਸਨ, ਉਹਨਾਂ ਨੇ ਆਵਾਜ਼ਾਂ ਮਾਰੀਆਂ, ਸਨੇਹ ਘੱਲੇ, ਪਰ ਭਾਈ ਲਹਿਣੇ ਨੇ ਆਖਿਆ ਤੁਸੀਂ ਜਾਣਾ ਤੇ ਜਾਓ, ਮੈਂ ਨਹੀਂ ਹੁਣ ਜਾਣਾ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕੋਲ ਕੁਝ ਦਿਨ ਰਹੇ। ਜੋ ਨਿਤ ਦਾ ਰੁਟੀਨ ਸੀ, ਸੋਦਰ ਆਰਤੀ ਗਾਵੀਆ, ਅੰਮ੍ਰਿਤ ਵੇਲੇ ਜਾਪ ਉਚਾਰਾ। ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਵਿੱਚ ਕੁਝ ਦਿਨ ਰਹੇ ਤੇ ਬੇਨਤੀ ਕੀਤੀ, ਸਤਿਗੁਰੂ ਮੈਂ ਖਡੂਰ ਸਾਹਿਬ ਜਾਣਾ ਹੈ, ਪਰਿਵਾਰ ਤੇ ਬੱਚਿਆਂ ਨੂੰ ਮਿਲ ਆਵਾਂ। ਬਾਬਾ ਲਹਿਣਾ ਗੁਰੂ ਨਾਨਕ ਸਾਹਿਬ ਦੇ ਕੋਲੋਂ ਆਗਿਆ ਲੈ ਕੇ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਆ ਕਰਕੇ ਬਾਬੇ ਲਹਿਣੇ ਦਾ ਹੁਣ ਮਨ ਨਹੀਂ ਲੱਗ ਰਿਹਾ, ਮਨ ਨਹੀਂ ਲੱਗ ਰਿਹਾ। ਕਹਿਣ ਲੱਗੇ ਘਰ ਵਾਲਿਆਂ ਨੂੰ, ਕਹਿਣ ਲੱਗੇ ਮੇਰਾ ਹੁਣ ਘਰ ਦੇ ਕੰਮਾਂ ਵਿੱਚ ਜੀ ਨਹੀਂ ਲੱਗ ਰਿਹਾ, ਮੈਂ ਗੁਰੂ ਨਾਨਕ ਸਾਹਿਬ ਦੇ ਕੋਲ ਜਾਣਾ ਹੈ। ਕਹਿਣ ਲੱਗੇ ਫਿਰ ਮੁੜ ਕੇ ਆ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ। ਤੇ ਜਦੋਂ ਆਏ ਗੁਰੂ ਨਾਨਕ ਸਾਹਿਬ ਨੂੰ ਮਿਲਣ, ਸਿੱਧੇ ਧਰਮਸ਼ਾਲਾ ਵਿੱਚ ਪਹੁੰਚੇ, ਵੇਖਿਆ ਗੁਰੂ ਨਾਨਕ ਸਾਹਿਬ ਇੱਥੇ ਹੈ ਨਹੀਂ। ਮਾਤਾ ਸੁਲੱਖਣੀ ਨੂੰ ਆਖਿਆ, ਮਾਤਾ ਬਾਬਾ ਨਾਨਕ ਕਿੱਥੇ ਹੈ? ਤੇ ਉਹਨਾਂ ਨੇ ਆਖਿਆ ਬਾਬਾ ਨਾਨਕ ਖੇਤ ਗਿਆ ਹੋਇਆ। ਤੇ ਸਾਧ ਸੰਗਤ ਬਾਬਾ ਲਹਿਣਾ ਵੀ ਖੇਤਾਂ ਵਿੱਚ ਪਹੁੰਚ ਗਿਆ। ਜਦੋਂ ਖੇਤਾਂ ਵਿੱਚ ਪਹੁੰਚਿਆ, ਗੁਰੂ ਨਾਨਕ ਸਾਹਿਬ ਝੋਨੇ ਦੇ ਖੇਤ ਵਿੱਚੋਂ ਨਦੀਨ ਪੁੱਟ ਰਹੇ ਸਨ, ਨਦੀਨ ਪੁੱਟ ਕੇ ਬਾਹਰ ਸੁੱਟ ਰਹੇ ਸਨ। ਬਾਬਾ ਲਹਿਣਾ ਵੀ ਜਾ ਕੇ ਨਮਸਕਾਰ ਕੀਤੀ, ਚਰਨਾਂ ਤੇ ਮੱਥਾ ਟੇਕਿਆ ਤੇ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਨਾਲ ਉਹ ਵੀ ਝੋਨੇ ਵਿੱਚ ਵੜ ਕੇ ਨਦੀਨ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਪਰ ਸਾਧ ਸੰਗਤ ਜ਼ਿਮੀਂਦਾਰੇ ਦਾ ਕੋਈ ਬਹੁਤਾ ਕੰਮ ਨਹੀਂ ਸੀ ਆਉਂਦਾ, ਕਿਉਂਕਿ ਹੱਟੀ ਤੇ ਬੈਠ ਕੇ ਦੁਕਾਨਦਾਰੀ ਕਰਨ ਵਾਲੇ ਸਨ। ਨਦੀਨ ਦੀ ਥਾਂ ਤੇ ਝੋਨਾ ਪੁੱਟ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਆਖਿਆ, ਪੁਰਖਾ ਤੈਨੂੰ ਪੁੱਟਣ ਵਾਸਤੇ ਨਹੀਂ, ਤੈਨੂੰ ਲਾਉਣ ਵਾਸਤੇ ਇੱਥੇ ਲਿਆਂਦਾ ਹੈ। ਕਹਿਣ ਲੱਗੇ ਇਉਂ ਕਰ, ਆ ਜਿਹੜੇ ਨਦੀਨ ਝੋਨੇ ਵਿੱਚੋਂ ਕੱਢ ਕੇ ਬਾਹਰ ਰੱਖੇ ਨੇ ਨਾ, ਇਹਨਾਂ ਦੀ ਪੰਡ ਬੰਨ ਕੇ ਤੇ ਸਿਰ ਤੇ ਚੁੱਕ ਕੇ ਲੈ ਜਾ ਪਿੰਡ ਦੇ ਅੰਦਰ, ਆਪਣੇ ਮਾਲ ਡੰਗਰਾਂ ਨੂੰ ਜਾ ਕੇ ਪਾ। ਕਹਿਣ ਲੱਗੇ ਪੰਡ ਬੰਨ ਕੇ ਸਿਰ ਦੇ ਉੱਪਰ ਰੱਖ ਦਿੱਤੀ। 7 ਬਚਨ ਕਹਿ ਕੇ ਪੰਡ ਚੁੱਕ ਕੇ ਲੈ ਆਏ। ਕਹਿੰਦੇ ਜਦੋਂ ਧਰਮਸ਼ਾਲਾ ਦੇ ਕੋਲ ਲਿਆ ਕੇ ਪੰਡ ਸੁੱਟੀ, ਉਹ ਘਾਹ ਜਿਹੜਾ ਸੀ ਮਾਲ ਡੰਗਰਾਂ ਨੂੰ ਪਾਇਆ ਤੇ ਕੀ ਵੇਖਿਆ, ਉਸ ਭਾਰੀ ਪੰਡ ਵਿੱਚੋਂ ਜਿਹੜਾ ਮੈਲਾ ਪਾਣੀ ਸੀ ਗਾਰੇ ਵਾਲਾ, ਉਹ ਚੋ ਚੋ ਕੇ ਸਾਰੇ ਕੱਪੜੇ ਜਿਹੜੇ ਸਨ ਉਹ ਖਰਾਬ ਹੋ ਗਏ। ਤੇ ਮਾਤਾ ਸੁਲੱਖਣੀ ਨੇ ਆਖਿਆ, ਸਵਾਮੀ ਜੀ ਇਹ ਤੁਸੀਂ ਕੀ ਕੀਤਾ?
ਇਹ ਸੇਵਕ ਅੱਜ ਪਹਿਲੇ ਦਿਨ ਆਇਆ ਤੇ ਤੁਸੀਂ ਏਡੀ ਭਾਰੀ ਪੰਡ ਇਹਦੇ ਸਿਰ ਤੇ ਰੱਖ ਦਿੱਤੀ ਹੈ, ਤੇ ਭਾਰੀ ਪੰਡ ਦੇ ਵਿੱਚੋਂ ਪਾਣੀ ਚੋ ਚੋ ਕੇ ਸਾਰੇ ਕੱਪੜੇ ਵੀ ਖਰਾਬ ਹੋ ਗਏ ਨੇ, ਤੁਸੀਂ ਬਿਲਕੁਲ ਧਿਆਨ ਨਹੀਂ ਦਿੱਤਾ। ਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਬੜੇ ਪਿਆਰੇ ਬਚਨ ਆਖੇ ਸਨ। ਆਖਿਆ, ਸੁਲੱਖਣੀਏ, ਇਹ ਭਾਰੀ ਪੰਡ ਇਹਦੇ ਤੋਂ ਬਗੈਰ ਹੋਰ ਕੋਈ ਚੁੱਕ ਨਹੀਂ ਸੀ ਸਕਦਾ, ਤਾਂ ਇਹਦੇ ਸਿਰ ਤੇ ਧਰੀ ਹੈ। ਤੇ ਸਾਧ ਸੰਗਤ ਰਮਜ ਬਹੁਤ ਵੱਡੀ ਸੀ, ਕਿਉਂਕਿ ਆਉਣ ਵਾਲੇ ਸਮੇਂ ਅੰਦਰ ਗੁਰਤਾ ਗੱਦੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਾਬੇ ਲੈਣੇ ਨੂੰ ਮਿਲਣੀ ਸੀ। ਆਖਿਆ, ਭਾਰੀ ਪੰਡ ਇਹਦੇ ਬਗੈਰ ਹੋਰ ਕੋਈ ਨਹੀਂ ਸੀ ਚੁੱਕ ਸਕਦਾ, ਤਾਂ ਇਹਦੇ ਸਿਰ ਤੇ ਧਰੀ ਹੈ। ਤੇ ਸਾਧ ਸੰਗਤ ਆਖਿਆ, ਇਹਨੂੰ ਪੰਡ ਨਾ ਜਾਣੀ, ਇਹ ਤੇ ਦੁਨੀਆ ਦਾ ਛਤਰੇ ਦੇ ਸਿਰ ਤੇ ਝੁੱਲ ਰਿਹਾ ਏ। ਤੇ ਜਿਹੜੇ ਪਾਣੀ ਨੂੰ ਤੂੰ ਕਹਿੰਦੀ ਛਿੱਟੇ ਪੈ ਕੇ ਕੱਪੜੇ ਮੈਲੇ ਹੋ ਗਏ ਨੇ, ਇਹ ਮੈਲੇ ਪਾਣੀ ਦੇ ਛਿੱਟੇ ਨਹੀਂ, ਇਹ ਤੇ ਮੈਨੂੰ ਕੇਸਰ ਦੇ ਛਿੱਟੇ ਜਾਪਦੇ ਨੇ। ਐਸੀ ਵਡਿਆਈ ਗੁਰੂ ਨਾਨਕ ਸਾਹਿਬ ਨੇ ਦਿੱਤੀ। ਬਸ ਉਸ ਦਿਨ ਤੋਂ ਲੈ ਕਰਕੇ ਭਾਈ ਲਹਿਣਾ ਆਪਣਾ ਤਨ ਮਨ ਗੁਰੂ ਨੂੰ ਸੌਂਪ ਕੇ ਗੁਰੂ ਦੀ ਸੇਵਾ ਦੇ ਵਿੱਚ ਲੱਗ ਗਿਆ। ਤੇ ਸਾਧ ਸੰਗਤ, ਪਹਿਲੀ ਬਾਤ, ਗੁਰੂ ਦੀ ਸ਼ਰਨ ਵਿੱਚ ਆਉਣਾ ਬਹੁਤ ਵੱਡੀ ਗੱਲ ਹੈ। ਤੇ ਸ਼ਰਨ ਵਿੱਚ ਆ ਕੇ ਗੁਰੂ ਦਾ ਹੁਕਮ ਮੰਨਣਾ, ਸਤ ਸਤ ਕਰਕੇ ਮੰਨਣਾ, ਇਹ ਦੂਜੀ ਬਾਤ। ਤੇ ਤੀਜੀ ਬਾਤ, ਸੇਵਾ ਕਰਦਿਆਂ ਹੋਇਆਂ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਸੌਂਪ ਦੇਣਾ, ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਵਿੱਚ ਵਸਾ ਲੈਣਾ। ਤੇ ਜਦੋਂ ਇਹ ਸਾਰੀਆਂ ਸ਼ਰਤਾਂ ਕੋਈ ਸਿੱਖ ਪ੍ਰਵਾਨ ਕਰ ਲੈਂਦਾ ਏ, ਉਹਦੇ ਤੇ ਫਿਰ ਗੁਰੂ ਤਰੁੱਠ ਪੈਂਦਾ ਏ, ਉਹਦੇ ਤੇ ਗੁਰੂ ਮਿਹਰਬਾਨ ਹੋ ਜਾਂਦਾ ਏ। ਤੇ ਸਾਧ ਸੰਗਤ, ਬਾਬੇ ਲੈਣੇ ਨੇ ਗੁਰੂ ਨਾਨਕ ਸਾਹਿਬ ਦਾ ਕੋਈ ਬਚਨ ਵੀ ਕਦੇ ਨਹੀਂ ਮੋੜਿਆ। ਇਤਿਹਾਸ ਬਹੁਤ ਲੰਮਾ ਹੈ, ਸਮਾਂ ਸਾਧ ਸੰਗ ਸੰਖੇਪ ਹੈ, ਮੈਂ ਬੇਨਤੀ ਕਰਾਂ। ਉਹ ਭਾਵੇਂ ਅੱਧੀ ਰਾਤ ਧਰਮਸ਼ਾਲਾ ਦੀ ਡਿੱਗੀ ਕੰਧ ਬਣਾਉਣ ਦੀ ਗੱਲ ਹੋਵੇ, ਭਾਵੇਂ ਅੱਧੀ ਰਾਤ ਦੇ ਸਮੇਂ ਨਦੀ ਤੋਂ ਕੱਪੜੇ ਧੋਣ ਦੀ ਗੱਲ ਹੋਵੇ, ਭਾਵੇਂ ਧਰਮਸ਼ਾਲਾ ਵਿੱਚੋਂ ਮਰੀ ਹੋਈ ਚੂਹੀ ਬਾਹਰ ਕੱਢ ਕੇ ਸੁੱਟਣ ਦੀ ਗੱਲ ਹੋਵੇ, ਭਾਵੇਂ ਚਿੱਕੜ ਵਾਲੇ ਟੋਏ ਵਿੱਚੋਂ ਕਟੋਰਾ ਕੱਢਣ ਦੀ ਗੱਲ ਹੋਵੇ, ਤੇ ਭਾਵੇਂ ਸਾਧ ਸੰਗਤ ਦਰਖਤ ਨੂੰ ਹਿਲਾ ਕੇ ਮਠਿਆਈਆਂ ਝਾੜਨ ਦੀ ਗੱਲ ਹੋਵੇ, ਜਿਹੜਾ ਵੀ ਬਚਨ ਕੀਤਾ ਮੇਰੇ ਬਾਬੇ ਨਾਨਕ ਨੇ, ਭਾਈ ਲਹਿਣੇ ਨੇ ਉਸ ਬਚਨ ਨੂੰ ਸਤ ਕਰਕੇ ਮੰਨਿਆ, ਸਤ ਸਤ ਕਰਕੇ ਮੰਨ ਲਿਆ। ਸਾਧ ਸੰਗਤ, ਇਹ ਗੱਲ ਕੋਈ ਸੌਖੀ ਨਹੀਂ। ਹਰ ਇੱਕ ਬਚਨ ਨੂੰ ਸਤ ਕਰਕੇ ਮੰਨ ਲੈਣਾ ਬਹੁਤ ਔਖੀ ਖੇਡ ਹੈ। ਇਸੇ ਕਰਕੇ ਸੱਤਾ ਬਲਵੰਡ ਜੀ ਲਿਖਦੇ ਨੇ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਇਹ ਕਹਿੰਦੇ ਮਰਦਾਂ ਵਾਲੀ ਘਾਲ ਸੀ। ਹੀਲ ਹੁਜਤ ਛੱਡ ਕੇ ਗੁਰੂ ਦਾ ਹਰ ਬਚਨ ਸਤ ਕਰਕੇ ਮੰਨ ਲੈਣਾ। ਤੇ ਸਾਧ ਸੰਗਤ, ਇਸੇ ਕਰਕੇ ਭਾਈ ਲਹਿਣੇ ਨੂੰ ਵਡਿਆਈਆਂ ਮਿਲੀਆਂ, ਉਹਨਾਂ ਨੇ ਹਰ ਇੱਕ ਬਚਨ ਸਤ ਕਰਕੇ ਮੰਨਿਆ। ਤੇ ਸਾਧ ਸੰਗਤ, ਜਿਸ ਵੇਲੇ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਭਾਈ ਲਹਿਣਾ ਪਾਸ ਹੋਇਆ ਤੇ ਇੱਕ ਆਖਰੀ ਪਰਚਾ ਪਾਇਆ ਗੁਰੂ ਨਾਨਕ ਸਾਹਿਬ ਨੇ। ਤੇ ਸਾਧ ਸੰਗਤ, ਤੋਂ ਪਰਚਾ ਬੜਾ ਔਖਾ ਸੀ। ਇਤਿਹਾਸਕਾਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਦਿਨ ਬੜਾ ਪਿਹਾਵਲ ਡਰਾਵਣਾ ਰੂਪ ਧਾਰਨ ਕਰ ਲਿਆ। ਮਹਾਰਾਜ ਨੇ ਹੱਥ ਵਿੱਚ ਸੋਟਾ ਲੈ ਲਿਆ, ਕੋਈ ਸ਼ਿਕਾਰੀ ਕੁੱਤੇ ਨਾਲ ਲੈ ਲਏ ਨੇ। ਤੇ ਮਹਾਰਾਜ ਜਿਸ ਵੇਲੇ ਘਰ ਤੋਂ ਬਾਹਰ ਨਿਕਲੇ ਨੇ, ਡਰਾਉਣਾ ਜਿਹਾ ਰੂਪ ਬਣਾ ਕਰਕੇ, ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਾਨਕ ਤਪੇ ਨੂੰ ਪਤਾ ਨਹੀਂ ਕੀ ਹੋ ਗਿਆ, ਅੱਜ ਬੜਾ ਡਰਾਉਣਾ ਜਿਹਾ ਰੂਪ ਬਣਾ ਲਿਆ, ਅੱਜ ਮੜੀਆਂ ਵਾਲੇ ਪਾਸੇ ਤੁਰ ਪਿਆ। ਸ਼ਿਕਾਰੀ ਕੁੱਤੇ ਨਾਲ ਲੈ ਲਏ ਨੇ। ਕਹਿਣ ਲੱਗੇ ਲੋਕ ਜਿੰਨੇ ਸਨ ਬਾਬੇ ਨਾਨਕ ਦੇ ਨਾਲ ਤੁਰ ਪਏ। ਤੇ ਮਹਾਰਾਜ ਕਹਿੰਦੇ ਵਾਪਸ ਚਲੇ ਜਾਓ। ਕਹਿੰਦੇ ਮਹਾਰਾਜ ਨੇ ਸੋਟੇ ਵੀ ਮਾਰੇ, ਕਈਆਂ ਨੂੰ ਡਾਂਗਾਂ ਵੀ ਮਾਰੀਆਂ। ਡਰਦੇ ਹੋਏ ਲੋਕ ਵਾਪਸ ਚਲੇ ਗਏ। ਆਖਿਆ ਪਤਾ ਨਹੀਂ ਨਾਨਕ ਜੀ ਨੂੰ ਕੀ ਹੋ ਗਿਆ, ਅੱਜ ਕਿਹੋ ਜਿਹਾ ਵਿਹਾਰ ਸੰਗਤਾਂ ਨਾਲ ਪਏ ਕਰਦੇ ਨੇ। ਕਹਿੰਦੇ ਜਦੋਂ ਸਾਰੇ ਵਾਪਸ ਚਲੇ ਗਏ ਨਾ, ਤੇ ਉਸ ਵੇਲੇ ਇਕੱਲਾ ਭਾਈ ਲਹਿਣਾ ਬਚਿਆ, ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਨਾਲ ਚੱਲ ਰਿਹਾ ਹੈ। ਆਖਿਆ ਲਹਿਣਿਆ, ਸਾਰੇ ਤੇ ਚਲੇ ਗਏ ਨੇ, ਤੂੰ ਕਿਉਂ ਨਹੀਂ ਜਾਂਦਾ?
ਤੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਬਾਬਾ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਉਹ ਘਰਾਂ ਵਾਲੇ ਸਨ, ਘਰਾਂ ਨੂੰ ਪਰਤ ਗਏ ਨੇ। ਮਹਾਰਾਜ ਮੇਰਾ ਤੇ ਤੇਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ, ਕੋਈ ਆਸਰਾ ਨਹੀਂ। ਮੈਂ ਕਿੱਥੇ ਜਾਵਾਂ? ਮੈਂ ਤੇ ਸਭ ਕੁਝ ਛੱਡ ਕੇ ਤੇਰੇ ਚਰਨਾਂ ਵਿੱਚ ਜੁੜਿਆ ਹਾਂ। ਹੁਣ ਜਿਸ ਹਾਲ ਵਿੱਚ ਰੱਖੇਗਾ ਮੈਂ ਰਾਜੀ ਹਾਂ। ਆਖਿਆ ਜੇ ਨਹੀਂ ਜਾਣਾ ਵਾਪਸ ਤੇ ਆਹ ਸਾਹਮਣੇ ਮੁਰਦਾ ਪਿਆ ਹੈ, ਉਹਨੂੰ ਖਾਣਾ ਪਏਗਾ ਜੇ ਮੇਰੇ ਨਾਲ ਰਹਿਣਾ ਤੇ। ਆਖਿਆ ਸਤ ਬਚਨ। ਇਤਿਹਾਸਕਾਰ ਕਹਿੰਦੇ ਨੇ ਬਾਬਾ ਲਹਿਣਾ ਗੁਰੂ ਨਾਨਕ ਸਾਹਿਬ ਦੇ ਕਹਿਣ ਤੇ ਜਦੋਂ ਮੁਰਦੇ ਦੇ ਕੋਲ ਗਿਆ ਤੇ ਜਾ ਕੇ ਪਰਿਕਰਮਾ ਕੀਤੀ। ਬਾਬਾ ਨਾਨਕ ਕਹਿਣ ਲੱਗੇ ਪਰਿਕਰਮਾ ਕਰਨ ਵਾਸਤੇ ਨਹੀਂ ਕਿਹਾ, ਖਾਣਾ ਹੈ। ਆਖਿਆ ਸਤਿਗੁਰੂ ਮੈਂ ਤੇ ਹੁਕਮ ਦੀ ਉਡੀਕ ਕਰਦਾ, ਦੱਸੋ ਕਿਹੜੇ ਪਾਸਿਓਂ ਸ਼ੁਰੂ ਕਰਾਂ, ਸਿਰ ਵਾਲੇ ਪਾਸੋਂ ਕਿ ਪੈਰਾਂ ਵਾਲੇ ਪਾਸੋਂ? ਸਾਧ ਸੰਗਤ ਜਦੋਂ ਬਾਬੇ ਨਾਨਕ ਨੇ ਆਖਿਆ ਪੈਰਾਂ ਵਾਲੇ ਪਾਸੋਂ, ਜਦੋਂ ਕੱਪੜਾ ਚੁੱਕਿਆ ਥੱਲੇ ਕੜਾ ਪ੍ਰਸ਼ਾਦ ਦੀ ਦੇਗ ਸੀ। ਇਸ ਆਖਰੀ ਪ੍ਰੀਖਿਆ ਦੇ ਵਿੱਚ ਵੀ ਬਾਬਾ ਲਹਿਣਾ ਪਾਸ ਹੋ ਗਿਆ। ਜਦੋਂ ਪਾਸ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਆਪਣਾ ਅੰਗ ਬਣਾ ਲਿਆ, ਲਹਿਣੇ ਤੋਂ ਅੰਗਦ ਬਣਾ ਲਿਆ। ਇਸ ਨੂੰ ਭਾਈ ਗੁਰਦਾਸ ਆਪਣੀਆਂ ਵਾਰਾਂ ਦੇ ਵਿੱਚ ਕਹਿੰਦੇ ਨੇ, ਕਹਿੰਦੇ ਗੁਰ ਅੰਗਦ, ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਆਪਣਾ ਅੰਗ ਬਣਾ ਲਿਆ। ਗੁਰ ਅੰਗ ਤੇ ਅੰਮ੍ਰਿਤ ਬਿਲਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਈਐ। ਕਹਿਣ ਲੱਗੇ ਜਿਵੇਂ ਜੋਤ ਆਪਾਂ ਵੇਖਦੇ ਦੀਵੇ ਵਿੱਚ ਬੁਝੀ ਹੋਈ ਹੈ, ਇੱਕ ਦੀਵਾ ਜਗਦਾ ਹੈ, ਦੀਪਕ ਤੇ ਜੋ ਦੀਪਕ ਬਲਿਆ। ਕਹਿਣ ਲੱਗੇ ਬੁਝੇ ਹੋਏ ਦੀਵੇ ਨੂੰ ਜਗਦੇ ਦੀਵੇ ਨਾਲ ਜੋੜ ਦਈਏ, ਉਹ ਵੀ ਜਗ ਜਾਂਦਾ ਹੈ, ਉਹਦੇ ਵਿੱਚ ਵੀ ਜੋਤ ਜਿਹੜੀ ਹੈ ਜਗ ਪੈਂਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਬਾਬੇ ਲਹਿਣੇ ਨੂੰ ਆਪਣਾ ਅੰਗ ਬਣਾ ਲਿਆ, ਲਹਿਣੇ ਤੋਂ ਅੰਗਦ ਬਣਾ ਦਿੱਤਾ। ਤੇ ਸਾਧ ਸੰਗਤ ਇਹ ਘਾਲਣਾ ਬਹੁਤ ਵੱਡੀ ਸੀ, ਮਰਦਾਂ ਵਾਲੀ ਘਾਲ ਬਾਬੇ ਲਹਿਣੇ ਨੇ ਘਾਲੀ। ਤੇ ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬਚਨ ਨੇ ਕਿ ਜਦੋਂ ਕੋਈ ਸਿੱਖ ਗੁਰੂ ਦੀ ਸ਼ਰਨ ਆ ਜਾਂਦਾ ਹੈ ਨਾ, ਫਿਰ ਉਸ ਸਿੱਖ ਦੀ ਸ਼ਰਨ ਵਿੱਚ ਲੋਕ ਆਉਣੇ ਸ਼ੁਰੂ ਹੋ ਜਾਂਦੇ ਨੇ। ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਤਾਂ ਚਰਨ ਸ਼ਰਨ ਜਗਤ ਚੱਲ ਆਵੇ। ਜਦੋਂ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਮਨ ਤਨ ਕਰਕੇ, ਤੇ ਉਸ ਸਿੱਖ ਦੀ ਸ਼ਰਨ ਵਿੱਚ ਲੋਕ ਆਉਣੇ ਸ਼ੁਰੂ ਹੋ ਜਾਂਦੇ ਨੇ। ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਤਾਂ ਚਰਨ ਸ਼ਰਨ ਜਗਤ ਚੱਲ ਆਵਈ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਹੇ ਸਕਲ ਸੰਸਾਰ ਹਿਤਾਵੇ। ਕਹਿਣ ਲੱਗੇ ਜਦੋਂ ਸਿੱਖ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨ ਲੈਂਦਾ ਏ, ਤੇ ਉਹਦੇ ਵਿੱਚ ਵੀ ਇੰਨੀ ਬਖਸ਼ਿਸ਼ ਇੰਨੀ ਕਿਰਪਾ ਹੋ ਜਾਂਦੀ ਹੈ, ਉਸ ਸਿੱਖ ਦੀ ਆਗਿਆ ਲੋਕ ਮੰਨਣੀ ਸ਼ੁਰੂ ਕਰ ਦਿੰਦੇ ਨੇ। ਉਹਦੀ ਆਗਿਆ ਦੇ ਵਿੱਚ ਲੋਕ ਚੱਲਣਾ ਸ਼ੁਰੂ ਕਰ ਦਿੰਦੇ ਨੇ, ਉਹਦੀ ਆਗਿਆ ਦਾ ਪਾਲਣ ਕਰਨਾ ਸ਼ੁਰੂ ਕਰ ਦਿੰਦੇ ਨੇ। ਕਹਿਣ ਲੱਗੇ ਸਤਿਗੁਰ ਸੇਵਾ ਪਾਏ ਪ੍ਰਾਣ ਪੂਜਾ ਕਰੇ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਕਹਿਣ ਲੱਗੇ ਜਿਸ ਸਿੱਖ ਨੇ ਸਤਿਗੁਰੂ ਨੂੰ ਸਭ ਕੁਝ ਸੌਂਪ ਦਿੱਤਾ, ਆਪਣੇ ਪ੍ਰਾਣ ਵੀ ਸੌਂਪ ਦਿੱਤੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਜਿਹਨੇ ਗੁਰੂ ਦਾ ਹੁਕਮ ਮੰਨਿਆ, ਸਾਰਾ ਕੁਝ ਹੀ ਸੌਂਪ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਸਾਰੇ ਦੁਨੀਆ ਦੇ ਪਦਾਰਥ, ਦੁਨੀਆ ਦੇ ਖਜ਼ਾਨੇ ਮਾਨੋ ਉਹਨੂੰ ਪ੍ਰਾਪਤ ਹੋ ਜਾਂਦੇ ਨੇ। ਕਹਿਣ ਲੱਗੇ ਸਤਿਗੁਰ ਸਿੱਖਿਆ ਦੀਖਿਆ ਹਿਰਦੇ ਪ੍ਰਵੇਸ਼ ਜਾਹੇ, ਤਾਂ ਕਿ ਸੀਖ ਸੁਣਤ ਪਰਮ ਪਦ ਪਾਵਈ। ਕਹਿਣ ਲੱਗੇ ਸਤਿਗੁਰੂ ਦੀ ਸਿੱਖਿਆ ਜਿਸ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਗਈ, ਫਿਰ ਉਹਦੀ ਸਿੱਖਿਆ ਸੁਣ ਕੇ ਕਈਆਂ ਨੂੰ ਪਰਮ ਪਦ ਉੱਚੀ ਅਵਸਥਾ ਮਿਲ ਜਾਂਦੀ ਹੈ। ਤੇ ਸੱਚਮੁੱਚ ਬਾਬੇ ਲਹਿਣੇ ਦਾ ਜੀਵਨ ਵੀ ਐਸਾ, ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਦਾ ਹਰ ਹੁਕਮ ਸਤ ਕਰਕੇ ਮੰਨਿਆ, ਗੁਰੂ ਨੂੰ ਆਪਣਾ ਤਨ ਮਨ ਧਨ ਸੌਂਪ ਦਿੱਤਾ, ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਲਿਆ। ਇਸ ਕਰਕੇ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਬਾਬੇ ਲਹਿਣੇ ਦੇ ਚਰਨਾਂ ਤੇ ਝੁਕੇ ਨੇ। ਤੇ ਸੱਚ ਜਾਣਿਓ, ਸਾਰਾ ਇਤਿਹਾਸ ਤੁਸੀਂ ਪੜ੍ਹ ਲਿਓ, ਗੁਰੂ ਨਾਨਕ ਸਾਹਿਬ ਕਦੇ ਕਿਸੇ ਅੱਗੇ ਝੁਕੇ ਨਹੀਂ। ਅੱਜ ਪਹਿਲੀ ਵੇਰਾਂ ਸਨ 1539 ਦੇ ਅੰਦਰ
ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਦੀ ਬਖਸ਼ਿਸ਼ ਕਰਨ ਲੱਗੇ ਬਾਬੇ ਲਹਿਣੇ ਨੂੰ, ਤੇ ਗੁਰੂ ਨਾਨਕ ਸਾਹਿਬ ਬਾਬੇ ਲਹਿਣੇ ਅੱਗੇ ਅੱਜ ਝੁਕ ਗਏ ਨੇ। ਤੇ ਸਾਧ ਸੰਗਤ ਜਦੋਂ ਇਹ ਸਭ ਕੁਝ ਵੇਖਿਆ ਨਾ, ਤੇ ਦੁਨੀਆ ਦੇ ਲੋਕ ਕਹਿਣ ਲੱਗੇ ਇਹ ਤੇ ਅਨੋਖੀ ਖੇਡ ਵਾਪਰ ਗਈ ਹੈ, ਇਹ ਤੇ ਪੁੱਠੀ ਗੰਗਾ ਵਹਿ ਤੁਰੀ ਹੈ, ਹੋ ਰਿਓ ਗੰਗ ਵਹਾਈ ਹੋਣ, ਦੁਨਿਆਈ ਆਖੇ ਕੇ ਕਿਉਣ। ਕਹਿੰਦੇ ਇਹ ਕੀ ਕਰ ਦਿੱਤਾ, ਇਹ ਤੇ ਬਹੁਤ ਵੱਡੀ ਗੱਲ ਹੋ ਗਈ। ਕਿਉਂਕਿ ਅੱਜ ਤੀਕ ਲੋਕਾਂ ਨੇ ਵੇਖਿਆ ਸੀ ਜਿਹੜਾ ਚੇਲਾ ਹੈ ਨਾ, ਉਹ ਸਾਰੀ ਉਮਰ ਚੇਲਾ ਬਣ ਕੇ ਰਹਿੰਦਾ ਹੈ। ਉਹ ਚੇਲਾ ਕਦੇ ਗੁਰੂ ਨਹੀਂ ਬਣ ਸਕਦਾ। ਹਾਂ, ਗੁਰੂ ਦੇ ਮੌਤ ਤੋਂ ਬਾਅਦ ਹੋ ਸਕਦਾ ਉਹ ਗੱਦੀ ਦਾ ਵਾਰਸ ਬਣ ਜਾਏ, ਪਰ ਜਿਉਂਦੇ ਜੀ ਕਦੇ ਵੀ ਚੇਲਾ ਗੁਰੂ ਨਹੀਂ ਬਣਿਆ। ਪਰ ਗੁਰੂ ਨਾਨਕ ਸਾਹਿਬ ਨੇ ਇਹ ਕਿਰਪਾ ਕੀਤੀ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਸ਼ਾਇਦ ਟਿੱਕਾ ਦਿੱਤਾ ਉਸ ਜੀਵਦੈ। ਕਹਿਣ ਲੱਗੇ ਆਪਣੀ ਹਯਾਤੀ ਵਿੱਚ ਗੁਰਿਆਈ ਦੀ ਬਖਸ਼ਿਸ਼ ਬਾਬੇ ਲਹਿਣੇ ਤੇ ਕੀਤੀ, ਲਹਿਣਾ ਹੁਣ ਅੰਗਦ ਬਣ ਗਿਆ। ਹੁਣ ਗੁਰੂ ਨਾਨਕ ਸਾਹਿਬ ਬਾਬੇ ਲਹਿਣੇ ਅੱਗੇ ਝੁਕੇ ਨੇ, ਤੇ ਸਾਰੀ ਖਲਕਤ ਬਾਬੇ ਲਹਿਣੇ ਅੱਗੇ ਝੁਕ ਰਹੀ ਹੈ। ਲਹਿਣਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਬਣੇ ਨੇ, ਤੇ ਮਹਾਰਾਜ ਨੇ ਹੁਕਮ ਕੀਤਾ, ਆਖਿਆ ਸਤਿਗੁਰੂ ਜੀ ਹੁਣ ਕਰਤਾਰਪੁਰ ਨਗਰ ਨਹੀਂ, ਆਪ ਖਡੂਰ ਸਾਹਿਬ ਦੀ ਧਰਤੀ ਨੂੰ ਜਾ ਕੇ ਭਾਗ ਲਾਓ। ਸਾਧ ਸੰਗਤ ਸਮਾਂ ਸਮਾਪਤੀ ਵੱਲ ਜਾ ਰਿਹਾ। ਮੈਂ ਸੰਖੇਪ ਬੇਨਤੀ ਕਰਾਂ, ਖਡੂਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਅੰਗਦ ਸਾਹਿਬ ਨੇ ਚਰਨ ਪਾਏ, ਤੇ ਸੱਤਾ ਬਲਵੰਡ ਜੀ ਲਿਖਦੇ ਨੇ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਖਡੂਰ ਸਾਹਿਬ ਨਗਰ ਜਦੋਂ ਵਸਿਆ ਨਾ, ਉਸ ਧਰਤੀ ਨੂੰ ਭਾਗ ਲੱਗ ਗਿਆ। ਸਾਧ ਸੰਗਤ ਇਸੇ ਪਾਵਨ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਹੁਕਮਾਂ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਨੇ 2 ਲੰਗਰ ਸ਼ੁਰੂ ਕੀਤੇ ਨੇ। ਇੱਕ ਸ਼ਬਦ ਦਾ ਲੰਗਰ ਹੈ, ਇੱਕ ਦੁਨਿਆਵੀ ਲੰਗਰ ਹੈ। ਤੇ ਸਾਧ ਸੰਗਤ ਦੋਨਾਂ ਲੰਗਰਾਂ ਦੇ ਅੰਦਰ ਸੰਗਤ ਆਉਂਦੀ ਹੈ, ਜੁੜਦੀ ਹੈ, ਗੁਰ ਉਪਦੇਸ਼ ਵੀ ਸਰਵਨ ਕਰਦੀ ਹੈ, ਪੇਟ ਦੀ ਤ੍ਰਿਪਤੀ ਵਾਸਤੇ ਲੰਗਰ ਛਕਦੀ ਹੈ। ਇਸ ਧਰਤੀ ਤੇ ਮਹਾਰਾਜ ਨੇ ਸੰਗਤ ਅਤੇ ਪੰਗਤ ਕਾਇਮ ਕੀਤੀ। ਇਸ ਧਰਤੀ ਦੇ ਉੱਪਰ ਮਾਤਾ ਖੀਵੀ ਉਹ ਲੰਗਰ ਦੀ ਸੇਵਾ ਕਰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਲਵੰਡ ਜੀ ਨੇ ਇਹ ਬਚਨ ਦਰਜ ਕੀਤੇ ਨੇ, ਬਲਵੰਡ ਖੀਵੀ ਨੇਕ ਜਨ ਜਿਉ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਸਾਧ ਸੰਗਤ ਰਸ ਵਾਲੀ ਖੀਰ, ਉਹਦੇ ਵਿੱਚ ਘਿਓ ਪਾ ਕੇ ਵਰਤਾਇਆ ਜਾਂਦਾ ਹੈ, ਲੋੜਵੰਦਾਂ ਨੂੰ ਮਾਇਆ ਵਰਤਾਈ ਜਾਂਦੀ ਹੈ। ਇਹ ਬਖਸ਼ਿਸ਼ ਖਡੂਰ ਸਾਹਿਬ ਦੀ ਧਰਤੀ ਤੇ ਵਰਤਦੀ ਹੈ। ਤੇ ਸੱਚ ਜਾਣਿਓ, ਇਹ ਗੁਰੂਆਂ ਦੀਆਂ ਬਖਸ਼ਿਸ਼ਾਂ ਰਹਿਮਤਾਂ ਨੇ ਅੱਜ ਵੀ ਜਿੱਥੇ ਸਿੱਖ ਬੈਠਾ ਹੋਇਆ ਦੁਨੀਆ ਦੇ ਕਿਸੇ ਵੀ ਕੋਨੇ ਅੰਦਰ, ਉਹ ਆਪਣੀ ਦਸਵੰਧ ਦੀ ਮਾਇਆ ਦੇ ਨਾਲ ਲੋੜਵੰਦਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਲੰਗਰ ਲਾ ਰਿਹਾ। ਅੱਜ ਤੁਸੀਂ ਸਾਰੇ ਜਾਣਦੇ ਹੋ ਨਾ ਕਿ ਕਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਦੇ ਅੰਦਰ ਚੱਕਾ ਜਾਮ ਹੋ ਗਿਆ। ਸਭ ਲੋਕ ਘਰਾਂ ਵਿੱਚ ਬੈਠੇ ਨੇ। ਜਿਨ੍ਹਾਂ ਹਾਲਾਤਾਂ ਦੇ ਵਿੱਚ ਲੋਕ ਘਰੋਂ ਨਿਕਲਣਾ ਵੀ ਮੁਨਾਸਬ ਨਹੀਂ ਸਮਝਦੇ, ਅੱਜ ਗੁਰੂ ਨਾਨਕ ਦਾ ਸਿੱਖ ਆਪਣੇ 10 ਨੌਆਂ ਦੀ ਕਿਰਤ ਕਮਾਈ ਦੇ ਵਿੱਚੋਂ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਘਰ ਘਰ ਵਿੱਚ ਜਾ ਕੇ ਛਕਾਰਿਆ ਹੈ। ਇਹ ਬਖਸ਼ਿਸ਼ ਗੁਰੂ ਸਾਹਿਬਾਨਾਂ ਦੀ ਹੈ, ਇਹ ਬਖਸ਼ਿਸ਼ ਸਤਿਗੁਰਾਂ ਦੀ ਹੈ। ਜੋ ਮਰਿਆਦਾ ਗੁਰੂ ਸਾਹਿਬਾਨਾਂ ਨੇ ਤੋਰੀ ਅੱਜ ਤੀਕ ਚੱਲੀ ਜਾਂਦੀ ਹੈ। ਤੇ ਸਾਧ ਸੰਗਤ ਇੱਥੇ ਕਮੀ ਨਹੀਂ ਆਏਗੀ। ਆਪਾਂ ਵੇਖ ਰਹੇ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਸ਼ਹਿਰ ਦੀਆਂ ਸਭਾ ਸੁਸਾਇਟੀਆਂ ਨੇ, ਹਰ ਥਾਂ ਤੇ ਗੁਰੂ ਕੇ ਲੰਗਰ ਵਰਤ ਰਹੇ ਨੇ। ਇਹ ਕਿਰਪਾ ਗੁਰੂ ਸਾਹਿਬਾਨਾਂ ਦੀ ਅੱਜ ਵੀ ਵਰਤ ਰਹੀ ਹੈ। ਤੇ ਕਹਿਣ ਲੱਗੇ ਇਸ ਧਰਤੀ ਤੇ ਗੁਰੂ ਸਾਹਿਬ ਜੀ ਨੇ ਮੱਲ ਅਖਾੜੇ ਕਾਇਮ ਕੀਤੇ। ਇਸ ਧਰਤੀ ਤੇ ਗੁਰੂ ਸਾਹਿਬ ਜੀ ਨੇ ਬੱਚਿਆਂ ਦੀਆਂ ਕਲਾਸਾਂ ਲਾਈਆਂ, ਬੱਚਿਆਂ ਨੂੰ ਗੁਰਮੁਖੀ ਪੜ੍ਹਾਈ, ਗੁਰਮੁਖੀ ਦੇ ਕਾਇਦੇ, ਗੁਰਬਾਣੀ ਦੀਆਂ ਪੋਥੀਆਂ ਤਿਆਰ ਕਰਕੇ ਬੱਚਿਆਂ ਨੂੰ ਪੜ੍ਹਾਇਆ। ਅੱਜ ਬਹੁਤ ਵੱਡੀ ਲੋੜ ਹੈ। ਸਾਡੇ ਬੱਚੇ ਬਹੁਤ ਸਾਰੀਆਂ ਭਾਸ਼ਾਵਾਂ ਸਿੱਖ ਰਹੇ ਨੇ, ਪਰ ਮੈਂ ਬੇਨਤੀ ਕਰਾਂ
ਅਸੀਂ ਯਤਨ ਕਰੀਏ ਸਾਡੇ ਬੱਚੇ ਪੰਜਾਬੀ ਭਾਸ਼ਾ ਗੁਰਮੁਖੀ ਤੋਂ ਕਿਤੇ ਦੂਰ ਨਾ ਹੋ ਜਾਣ, ਕਿਉਂਕਿ ਜੇ ਗੁਰਮੁਖੀ ਤੋਂ ਪੰਜਾਬੀ ਭਾਸ਼ਾ ਤੋਂ ਸਾਡੇ ਬੱਚੇ ਦੂਰ ਹੁੰਦੇ ਨੇ ਤੇ ਉਹ ਗੁਰ ਇਤਿਹਾਸ ਤੇ ਗੁਰਬਾਣੀ ਤੋਂ ਵੀ ਦੂਰ ਹੋਣਗੇ, ਕਿਉਂਕਿ ਸਾਰੀ ਬਾਣੀ ਗੁਰਮੁਖੀ ਭਾਸ਼ਾ ਵਿੱਚ ਹੈ। ਇਸ ਕਰਕੇ ਸਾਨੂੰ ਯਤਨ ਕਰਨਾ ਚਾਹੀਦਾ ਹੈ, ਜਿੱਥੇ ਬਹੁਤ ਸਾਰੀਆਂ ਭਾਸ਼ਾ ਅਸੀਂ ਸਿੱਖਦੇ ਹਾਂ ਉੱਥੇ ਗੁਰਮੁਖੀ ਪੜ੍ਹ ਕੇ, ਗੁਰਬਾਣੀ ਪੜ੍ਹ ਕੇ, ਗੁਰ ਇਤਿਹਾਸ ਨੂੰ ਪੜ੍ਹ ਕੇ ਅਸੀਂ ਗੁਰੂ ਕੇ ਸਚਿਆਰ ਸਿੱਖ ਬਣਨਾ ਹੈ। ਤੇ ਗੁਰੂ ਸਾਹਿਬ ਜੀ ਨੇ ਸਾਰੀਆਂ ਬਖਸ਼ਿਸ਼ਾਂ ਇੱਥੇ ਕੀਤੀਆਂ। ਜਿਸ ਵੇਲੇ ਹਮਾਯੂ ਆਇਆ, ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਮਹਾਰਾਜ ਬੱਚਿਆਂ ਦੀ ਕਲਾਸ ਲਾ ਕੇ ਬੈਠੇ ਸਨ। ਅੰਦਰ ਬਾਦਸ਼ਾਹੀ ਵਾਲਾ ਹੰਕਾਰ ਅਜੇ ਵੀ ਭਰਿਆ ਹੋਇਆ ਹੈ। ਮਹਾਰਾਜ ਨੇ ਬਾਦਸ਼ਾਹ ਵੱਲ ਨਹੀਂ ਤੱਕਿਆ, 2 ਘੜੀਆਂ ਖੜਾ ਰਿਹਾ, ਆਖਰ ਤਲਵਾਰ ਕੱਢ ਲਈ। ਜਦੋਂ ਤਲਵਾਰ ਕੱਢੀ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਸ਼ੇਰ ਸ਼ਾਹ ਸੂਰੀ, ਜਦੋਂ ਤੇਰੇ ਤੇ ਹਮਲਾ ਕਰਨ ਲੱਗਾ ਸੀ ਉਦੋਂ ਤੇਰੀ ਤਲਵਾਰ ਖੁੰਡੀ ਹੋ ਗਈ ਸੀ, ਉੱਥੇ ਤੇ ਨਿਕਲੀ ਨਹੀਂ, ਇੱਥੇ ਆ ਕੇ ਫਕੀਰਾਂ ਤੇ ਤੂੰ ਤਲਵਾਰਾਂ ਕੱਢਦਾ ਹੈ। ਕਹਿੰਦੇ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਇਸੇ ਧਰਤੀ ਤੇ ਗੁਰੂ ਅੰਗਦ ਸਾਹਿਬ ਨੇ ਭਾਈ ਮਾਣੇ ਨੂੰ ਉਪਦੇਸ਼ ਦਿੱਤਾ ਸੀ। ਆਖਿਆ, ਭਾਈ ਮਾਣਾ ਜੀ, ਸੰਗਤ ਨੇ ਆਖਿਆ ਕਿ ਤੁਸੀਂ ਲੰਗਰਾਂ ਵਿੱਚ ਸੇਵਾ ਕਰਦਿਆਂ ਹੋਇਆਂ ਖਰਵਾ ਬੋਲਦੇ ਜੇ, ਕੌੜਾ ਬੋਲਦੇ ਜੇ, ਇਸ ਕਰਕੇ ਤੁਸੀਂ ਲੰਗਰ ਦੀ ਸੇਵਾ ਨਹੀਂ ਕਰਨੀ, ਕਿਉਂਕਿ ਕੌੜਾ ਬੋਲਣ ਵਾਲੇ, ਖਰਵਾ ਬੋਲਣ ਵਾਲੇ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਜੇ ਸੇਵਾ ਕਰਨੀ ਹੈ ਤੇ ਨੀਵੇਂ ਹੋ ਕੇ ਨਿਮਰਤਾ ਦੇ ਨਾਲ ਕਰੋ, ਗੁਰੂ ਦੀ ਖੁਸ਼ੀ ਮਿਲੇਗੀ। ਸਾਧ ਸੰਗਤ ਇਹ ਸਾਰੀਆਂ ਬਖਸ਼ਿਸ਼ਾਂ ਇਸੇ ਧਰਤੀ ਤੇ ਕੀਤੀਆਂ। ਮਹਾਰਾਜ ਨੇ 63 ਸ਼ਲੋਕ ਉਚਾਰਨ ਕੀਤੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਵਿੱਚ ਸ਼ਲੋਕ ਮਹਾਰਾਜ ਦੇ ਦਰਜ ਨੇ। ਫਿਰ ਕਿਤੇ ਸਮਾਂ ਬਣਿਆ, ਖੁੱਲੀ ਵਿਚਾਰ ਆਪ ਦੇ ਨਾਲ ਸਾਂਝੀ ਕਰਾਂਗੇ। ਬਹੁਤ ਕੀਮਤੀ ਉਪਦੇਸ਼ ਉਹਨਾਂ ਸ਼ਲੋਕਾਂ ਦੇ ਵਿੱਚ ਮਿਲਦੇ ਨੇ। ਮਹਾਰਾਜ ਨੇ ਬਖਸ਼ਿਸ਼ ਕੀਤੀ, ਭਾਵੇਂ ਸੈਂਕੜੇ ਸੂਰਜ ਤੇ ਹਜ਼ਾਰਾਂ ਚੰਦਰਮੇ ਚੜ ਜਾਣ, ਪਰ ਗੁਰੂ ਤੋਂ ਬਿਨਾਂ ਜੀਵਨ ਦੀ ਅਗਿਆਨਤਾ ਨਹੀਂ ਮਿਟਦੀ। ਜੇ 100 ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤੇ ਮਹਾਰਾਜ ਨੇ ਆਖਿਆ, ਕਰਤਾਰ ਸਭਨਾਂ ਨੂੰ ਦਾਤਾਂ ਦੇਣ ਵਾਲਾ ਏ, ਉਹਦਾ ਸ਼ੁਕਰਾਨਾ ਕਰਿਆ ਕਰੀਏ, ਨਾ ਸ਼ੁਕਰੇ ਨਾ ਹੋਈਏ। ਮਹਾਰਾਜ ਦੇ ਪਾਵਨ ਬਚਨ ਨੇ, ਕਹਿੰਦੇ ਜਿਹੜੇ ਮਨਮੁਖ ਬੰਦੇ ਹੁੰਦੇ ਨੇ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ, ਅੰਤਰ ਬਹਿ ਕੇ ਕਰਮ ਕਮਾਵੇ, ਸੋਚੋਂ ਕੁੰਡੀ ਜਾਣੀਏ। ਕਹਿੰਦੇ ਦੇਣ ਵਾਲੇ ਨਾਲੋਂ ਦਾਤ ਨੂੰ ਜ਼ਿਆਦਾ ਪਿਆਰ ਕਰਨਾ ਮਨਮੁਖ ਦੀ ਵੱਡੀ ਨਿਸ਼ਾਨੀ ਹੈ। ਇਸ ਕਰਕੇ ਅਸੀਂ ਮਨਮੁਖ ਨਹੀਂ ਬਣਨਾ, ਗੁਰਮੁਖ ਬਣਨਾ ਹੈ, ਦਾਤੇ ਦਾ ਸ਼ੁਕਰ ਕਰਨਾ ਹੈ। ਤੇ ਮਹਾਰਾਜ ਨੇ ਗੁਰਸਿੱਖ ਨੂੰ ਸਮਝਾਇਆ, ਕਹਿਣ ਲੱਗੇ, ਅੰਮ੍ਰਿਤ ਵੇਲੇ ਜਾਗਣਾ ਹੈ, ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੇ ਚਾਓ, ਤਿੰਨਾਂ ਦਰਿਆਵਾਂ ਸੋ ਦੋਸਤੀ, ਮਨਮੁਖ ਸੱਚਾ ਨਾਉ। ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਨਾਮ ਬਾਣੀ ਦਾ ਅਭਿਆਸ, ਇਹ ਮਰਿਆਦਾ ਸਤਿਗੁਰੂ ਪਾਤਸ਼ਾਹ ਨੇ ਦ੍ਰਿੜ ਕਰਾਈ। ਬੇਅੰਤ ਬਖਸ਼ਿਸ਼ਾਂ ਗੁਰੂ ਸਾਹਿਬ ਨੇ ਸਾਡੇ ਤੇ ਕੀਤੀਆਂ। ਉਸ ਮਹਾਨ ਸਤਿਗੁਰੂ ਪਾਤਸ਼ਾਹ ਜੀ ਨੂੰ, ਜਿਨ੍ਹਾਂ ਨੇ ਮਰਦਾਂ ਵਾਲੀ ਘਾਲ ਘਾਲੀ ਤੇ ਮਾਤਾ ਖੀਵੀ ਸ਼ੌ ਸੋਏ, ਜਿਨ ਗੋਏ ਉਠਾਲੀ, ਪੂਰੀ ਧਰਤੀ ਦੇ ਜੀਵਾਂ ਨੂੰ ਉਪਦੇਸ਼ ਦੇ ਕੇ ਜੀਵਨ ਜਾਚ ਬਖਸ਼ਿਸ਼ ਕਰਕੇ ਜੀਵਨ ਸਵਾਰਨ ਵਾਲੇ ਮਹਾਨ ਸਤਿਗੁਰੂ ਗੁਰੂ ਅੰਗਦ ਸਾਹਿਬ ਪਾਤਸ਼ਾਹ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਹੈ। ਮੈਂ ਫਿਰ ਦੁਬਾਰਾ ਸਮੁੱਚੀਆਂ ਸੰਗਤਾਂ, ਦੇਸ਼ਾਂ ਵਿਦੇਸ਼ਾਂ ਵਿੱਚ ਦੇਖ ਰਹੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਗੁਰੂ ਸਾਹਿਬ ਰਹਿਮਤ ਕਰਨ, ਸਾਡੇ ਜੀਵਨ ਵਿੱਚ ਵੀ ਹੁਕਮ ਮੰਨਣ ਵਾਲੀ ਇਹ ਭਾਵਨਾ ਆ ਸਕੇ, ਕਿਉਂਕਿ ਹੁਕਮ ਮੰਨਣ ਵਾਲੇ ਹੀ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੇ ਨੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਸਾਹਿਬ ਕਿਰਪਾ ਕਰੇ ਸਾਰਿਆਂ ਦੇ ਜੀਵਨ ਵਿੱਚ ਇਹ ਭਾਵਨਾ ਆ ਸਕੇ। ਜੋ ਅਸੀਂ ਗੁਰੂ ਕੇ ਬਚਨ ਪੜ੍ਹਦੇ ਤੇ ਸੁਣਦੇ ਹਾਂ, ਉਹ ਸਾਡੇ ਜੀਵਨ ਵਿੱਚ ਵਸ ਸਕਣ। ਇਹ ਅਰਦਾਸ ਗੁਰੂ ਕੇ ਚਰਨਾਂ ਵਿੱਚ ਕਰੀਏ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਦੀ ਕਿਰਪਾ ਦੇ ਸਦਕਾ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਣਿਆ ਹੈ। ਭੁੱਲਾਂ ਨਾ ਚਤਾਰਨੀਆਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ। ਸਭਨਾ ਗੱਲਾਂ ਸਮਰੱਥ ਸੁਆਮੀ